बहुमत साबित करन दा, विश्वास मत हासिल करन दा जिहड़ी डायरैक्शन है वो राजपाल दिंदा है। कौन पंजाब 'च ये गल कह रहा है रूलिंग दा या अपोजिशन दा या कोई भी कि मान सरकार नूं बहुमत हासिल नहीं है? रूल दे विच कोई प्रावधान पंजाब विधान सभा दे विश्वास मत हासिल करन दा नहीं है। इस करके राज्यपाल ने अपना जो हुक्म सी वो वापस लिया। इस चीज ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ ਕਿ ਇਹ ਸਰਕਾਰ ਸਵਾਲ ਹੀ ਨਾ ਚੁੱਕੇ, ਜਦੋਂ ਕਿ ਤੁਹਾਡੀ ਪਾਰਟੀ ਦਾ ਆਪਣਾ ਟਰੈਕ ਰਿਕਾਰਡ ਕੋਈ ਚੰਗਾ ਨਹੀਂ ਹੈ? ਦੇਸ਼ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ, ਚੱਲਦੀਆਂ ਸਰਕਾਰਾਂ ਤੁਸੀਂ ਘੇਰੀਆਂ ਨੇ, ਵਿਦਿਨ ਫਿਊ ਮੰਥਸ ਘੇਰੀਆਂ ਨੇ। अगर वो 11 MLA ये कहते कि ਅਸੀਂ ਸਪੋਰਟ ਵਾਪਸ ਲੈ ਲਈ ਹੈ और कोई ये इल्जाम लगाता भी इन्होंने पैसे लैन ते लीती है, फिर ये शक होंदा कि सरकार की मेजोरिटी है या नहीं है। वो बंदे FIR लॉन्च कर चुके हैं, इन्वेस्टिगेशन हो रही है, विजिलेंस पंजाब पुलिस सारी पंजाब सरकार के अंडर है। अगर किसी ने पैसे देने की ऑफर की है, कोई होवे, पैसा लेना भी उन्हें ही गैर कानूनी है जिन्ना पैसा देना है। सरकार पूरी है, जो कार्रवाई करनी चाहती है वो करे। पैसा लेना देना क्रिमिनल ऑफेंस है, लेजिस्लेटिव काम नहीं है। इस करके अगर सरकार नूं ये शक है कि कुछ बंदे ने 11 बंदे नूं पैसे देने की कोशिश की है, इंतजार किस गल दा है? FIR लॉन्च करो, कार्रवाई करो, ते कार्रवाई उन्हां दे खिलाफ होएगी ना जिहड़े पैसे देने की ऑफर कर रहे ने। जिहड़े बंदे खुद ही कह रहे ने कि सानू ऑफर की गई, असीं नहीं पैसे लिते, उस दे नाल बहुमत ते किवें असर हो गया? बहुमत ते बल्कि होर उन्हां दा मजबूत हुंदा उहदे नाल। सो की गवर्नर अपनी ਜਿਹੜੀ ਹੱਦ ਹੈ ਉਸ ਨੂੰ ਬ੍ਰੀਚ ਕਰਦੇ ਹੋਏ ਨਜ਼ਰ ਨਹੀਂ ਆ ਰਹੇ? ਪਹਿਲਾਂ ਕਿਸੇ ਗਵਰਨਰ ਨੇ ਇਸ ਤਰੀਕੇ ਦੀ ਪੋਜੀਸ਼ਨ ਨਹੀਂ ਲਈ, ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਤਰੀਕੇ ਦੀਆਂ ਮੀਟਿੰਗਸ ਨਹੀਂ ਲਈਆਂ ਗਈਆਂ। ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੀ ਮੈਂ ਗੱਲ ਕਰ ਰਿਹਾ। ਇਸ ਕੇਸ ਦੇ ਵਿੱਚ ਤਾਂ ਇੱਕ ਵਿਧਾਨ ਸਭਾ ਸੈਸ਼ਨ ਨੂੰ ਰੱਦ ਕਰਤਾ ਗਿਆ। ਸੋ ਤੁਹਾਨੂੰ ਨਹੀਂ ਲੱਗਦਾ ਕਿ ਇਸ ਵਕਤ ਗਵਰਨਰ ਥੋੜੇ ਜ਼ਿਆਦਾ ਐਕਟਿਵ ਹੈਗੇ ਨੇ ਨਾਰਮਲੀ ਜਿੰਨੇ ਹੋਇਆ ਕਰਦੇ ਨੇ? ਬਾਰਡਰ ਸਟੇਟ ਹੋਣ ਦੇ ਨਾਤੇ ਬਹੁਤ ਸਾਰੀਆਂ ਇਨਫੋਰਮੇਸ਼ਨਸ ਕੌਨਫੀਡੈਂਸ਼ੀਅਲ ਸੀਕ੍ਰੇਟ ਸਰਕਾਰ ਕੋਲ ਗਵਰਨਰ ਕੋਲ ਆਉਂਦੀਆਂ ਰਹਿੰਦੀਆਂ ਨੇ, ਜਿਹੜੀ ਸੈਂਟਰ ਗਵਰਨਮੈਂਟ ਨੂੰ ਭੇਜਦੀਆਂ ਹੁੰਦੀਆਂ। ਇਸ ਕਰਕੇ ਸਿਰਫ ਇਸ ਕਰਕੇ ਕਿ ਗਵਰਨਰ ਸਾਹਿਬ ਬਾਰਡਰ ਸਟੇਟ ਤੇ ਬਾਰਡਰ 'ਚ ਜਾ ਰਹੇ ਨੇ, ਅਫਸਰਾਂ ਨੂੰ ਮਿਲ ਰਹੇ ਨੇ, ਅਫਸਰਾਂ ਦੇ ਨਾਲ ਕਮਿਊਨੀਕੇਸ਼ਨ ਕਰ ਰਹੇ ਨੇ, ਕਿਸੇ ਕਿਸਮ ਦੀ ਉਲੰਘਣਾ ਨਹੀਂ ਹੈ। ਤੁਹਾਡੇ ਹਿਸਾਬ ਨਾਲ ਜੇ ਫਲੋਰ ਆਫ ਦਾ ਹਾਊਸ ਦੇ ਉੱਤੇ ਆਪਣਾ ਸ਼ਕਤੀ ਪ੍ਰਦਰਸ਼ਨ ਰੂਲਿੰਗ ਪਾਰਟੀ ਨਹੀਂ ਕਰ ਸਕਦੀ, ਫਿਰ ਉਹ ਕਿੱਥੇ ਆਪਣਾ ਕੌਨਫੀਡੈਂਸ ਦਿਖਾਵੇ? ਗਵਰਨਰ ਕੋਲ ਆਪਣੇ MLAs ਦੀ ਪਰੇਡ ਕਰਾਂਦੀ। ਵਾਟ ਵਾਸ ਦਾ ਵਾਈ ਮੀਡੀਆ? ਨਹੀਂ, ਮੈਨੂੰ ਸਮਝ ਨਹੀਂ ਆ ਰਹੀ ਕਿ ਸ਼ਕਤੀ ਪ੍ਰਦਰਸ਼ਨ ਦੀ ਕੀ ਲੋੜ? ਕਿਹਨੇ ਕਿਹਾ ਤੁਹਾਨੂੰ ਕਿ ਸ਼ਕਤੀ ਪ੍ਰਦਰਸ਼ਨ ਕਰੋ? ਕੌਣ ਕਹਿ ਰਿਹਾ ਕਿ ਤੁਹਾਡੀ ਮੈਜੋਰਿਟੀ ਨਹੀਂ ਹੈਗੀ? ਕੋਈ ਸ਼ੱਕ ਕਰ ਰਿਹਾ? ਕੋਈ ਕਹਿ ਰਿਹਾ ਹੈ? ਨਾ ਆਮ ਆਦਮੀ ਪਾਰਟੀ ਕਹਿ ਰਹੀ ਹੈ, ਨਾ ਕਾਂਗਰਸ ਕਹਿ ਰਹੀ ਹੈ, ਨਾ BJP ਕਹਿ ਰਹੀ ਹੈ, ਨਾ ਅਕਾਲੀ ਦਲ ਕਹਿ ਰਿਹਾ। ਜਦੋਂ ਕੋਈ ਸ਼ੱਕ ਹੀ ਨਹੀਂ ਕਰ ਰਿਹਾ, ਤੁਸੀਂ ਖਾਮਖਾ ਦੇ ਵਿੱਚ ਮੈਂ ਕੌਣ, ਮੈਂ ਖਾਮਖਾ, ਤੁਹਾਨੂੰ ਆਪਣੇ ਆਪ ਹੀ ਸ਼ੱਕ ਹੋ ਰਿਹਾ ਆਪਣੇ ਬੰਦਿਆਂ ਤੇ, ਔਰ ਉਸ ਦੇ ਵਾਸਤੇ ਤੁਸੀਂ ਸੰਵਿਧਾਨ ਦਾ ਦੁਰਉਪਯੋਗ ਕਰਨਾ ਚਾਹ ਰਹੇ ਹੋ, ਜਿਹੜੀ ਸਪੀਕਰ ਸਾਹਿਬ ਗਵਰਨਰ ਸਾਹਿਬ ਨਹੀਂ ਅਲਾਉ ਕਰ ਰਹੇ। ਦੋਸਤੋ ਹਾਜ਼ਰ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀਆ ਅਨਪਲਗਡ ਉੱਤੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 22 ਸਤੰਬਰ ਨੂੰ ਹੋਣ ਵਾਲਾ ਪੰਜਾਬ ਵਿਧਾਨ ਸਭਾ ਸੈਸ਼ਨ ਰੱਦ ਕਰਤਾ ਹੈ। यानी कि अपने 20 सितंबर के ऑर्डर जिन्हां तहत कि राजपाल के निर्देश तो बाद 22 सितंबर ਨੂੰ एक कॉन्फिडेंस मोशन ते वोट विधान सभा पंजाब ਦੇ ਵਿੱਚ ਪੁਆਈ ਜਾਣੀ ਸੀ, जिस तहत कि भगवंत मान सरकार ने अपना पूर्ण बहुमत स्थापित करना सी, साबित करना सी ऑन द फ्लोर ऑफ द हाउस। उस ਨੂੰ विड्रॉ कर लिया गया, ऑर्डर्स विड्रॉ किए गए ने। बनवारी लाल पुरोहित ਨੂੰ पंजाब ਦੀਆਂ ਵਿਰੋਧੀ ਧਿਰਾਂ ਨੇ ਸ਼ਿਕਾਇਤਾਂ ਕੀਤੀਆਂ। ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ, ਕਾਂਗਰਸ ਦੇ ਹੋਰ ਲੀਡਰਾਂ ਸਮੇਤ ਕਈ ਪਾਰਟੀਆਂ ਨੇ ਅਜਿਹੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ। ਸ਼ਿਕਾਇਤ ਕੀਤੀ ਗਈ ਸੀ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਕਮਾਈ ਦਾ ਪੈਸਾ ਇਸ ਤਰੀਕੇ ਦੇ ਸ਼ਕਤੀ ਪ੍ਰਦਰਸ਼ਨ ਕਰਨ ਵਾਲੇ ਸੈਸ਼ਨ ਦੇ ਵਿੱਚ ਖਾਮਖਾ ਵੇਸਟ ਕਰਦੀ ਪਈ ਹੈ। ਸੋ ਰਾਜਪਾਲ ਦਾ ਜਿਹੜਾ ਆਰਡਰ ਹੈ ਉਸ ਦੇ ਵਿੱਚ ਬੜੀ ਕਲੀਅਰਲੀ ਲਿਖਿਆ ਗਿਆ ਹੈ ਕਿ ਅਜਿਹਾ ਸੰਵਿਧਾਨ ਦੇ ਵਿੱਚ, ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਜਿਸ ਤਹਿਤ ਕਿਸੇ ਸੈਸ਼ਨ ਨੂੰ ਸਿਰਫ ਤੇ ਸਿਰਫ कॉन्फिडेंस वोट ਲਈ बुलाया जा सके। ਇਹ ਭਗਵੰਤ ਮਾਨ ਸਰਕਾਰ ਲਈ ਇੱਕ ਬਹੁਤ ਵੱਡਾ ਝਟਕਾ ਨਹੀਂ, ਬਲਕਿ ਉਹਨਾਂ ਲਈ ਇੱਕ ਬਹੁਤ ਸ਼ਰਮਸਾਰ ਤੇ ਐਮਬੈਰਸ ਕਰ ਦੇਣ ਵਾਲੀ ਮੂਮੈਂਟ ਵੀ ਹੈ। ਮੈਂ ਕੱਲ ਆਪਣੀ ਰਿਪੋਰਟ ਦੇ ਵਿੱਚ 4 ਤੋਂ 5 ਜਿਹੇ ਨੁਕਤੇ ਦੱਸੇ ਸਨ, ਜਿਨ੍ਹਾਂ ਤਹਿਤ ਮੈਂ ਦੱਸਿਆ ਸੀ ਕਿ ਪੰਜਾਬ ਦੇ ਵਿਧਾਨ ਸਭਾ ਸੈਸ਼ਨਸ ਨੂੰ ਇਹਨਾਂ ਮੁੱਦਿਆਂ ਉੱਤੇ ਬੁਲਾਇਆ ਜਾਣਾ ਚਾਹੀਦਾ ਹੈ। ਬੇਅਦਬੀ ਦੇ ਮੁੱਦਿਆਂ ਦੇ ਉੱਤੇ ਤੁਸੀਂ ਸੈਸ਼ਨ ਬੁਲਾਓ, ਤੁਸੀਂ ਇੱਕ ਮਜ਼ਬੂਤ ਲੋਕਪਾਲ ਬਣਾਉਣ ਲਈ ਸੈਸ਼ਨ ਬੁਲਾਓ, ਤੁਸੀਂ ਪੰਜਾਬ ਦੇ ਵਿੱਚ ਇੱਕ ਕਨਫਲਿਕਟ ਆਫ ਇੰਟਰਸਟ ਦਾ ਜਿਹੜੇ ਬਿੱਲ ਇਸ ਤਰੀਕੇ ਦੇ ਖਰੜੇ ਪੈਂਡਿੰਗ ਪਏ ਨੇ, ਤੁਹਾਡੇ ਆਪਣੇ ਪਾਰਟੀ ਦੇ ਵਿਧਾਇਕ ਪ੍ਰਾਈਵੇਟ ਮੈਂਬਰ ਬਿੱਲ ਲਿਆਉਂਦੇ ਰਹੇ ਨੇ, ਉਹਨਾਂ ਉੱਤੇ ਸੈਸ਼ਨ ਬੁਲਾਓ। ਕਿਉਂ ਨਹੀਂ ਬੁਲਾਉਂਦੇ? ਤੇ ਜੇ ਇਸ ਸੈਸ਼ਨ ਦੇ ਤਹਿਤ ਵੀ ਇਹ 4-5 ਚੀਜ਼ਾਂ ਜਾਂ ਇਹਨਾਂ ਤੋਂ ਇਲਾਵਾ ਹੋਰ ਕੋਈ ਮੁੱਦੇ ਡਿਸਕਸ ਕੀਤੇ ਜਾਣੇ ਹੁੰਦੇ, ਕੋਈ ਹੋਰ ਬਿਜ਼ਨਸ ਹੁੰਦਾ, ਤਾਂ ਸ਼ਾਇਦ ਪੰਜਾਬ ਦੇ ਰਾਜਪਾਲ ਇਸ ਜਿਹੜਾ ਕੌਨਫੀਡੈਂਸ ਦਾ ਵੋਟ ਹੈ ਜਾਂ ਇਸ ਸੈਸ਼ਨ ਨੂੰ ਇਸ ਤਰੀਕੇ ਨਾਲ ਨਾ ਰੋਕਦੇ। ਲੇਕਿਨ ਆਪਸ ਦੇ ਵਿੱਚ ਇੱਕ ਤਕਰਾਰ ਵੀ ਹੁਣ ਸ਼ੁਰੂ ਹੋਏਗੀ, ਹੋ ਚੁੱਕੀ ਹੈ। ਰਾਜਪਾਲ ਦੇ ਇਸ ਆਰਡਰ ਨੂੰ ਉਸ ਦੇ ਤਿੱਖੇ ਪ੍ਰਤੀਕਰਮ ਆਏ ਨੇ। ਭਗਵੰਤ ਮਾਨ ਨੇ ਤਾਂ ਸਾਫ਼ ਕਹਿਤਾ ਹੈ ਕਿ ਇੱਕ ਪਾਸੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਸੰਵਿਧਾਨ ਤੇ ਦੂਸਰੇ ਪਾਸੇ ਆਪਰੇਸ਼ਨ ਲੋਟਸ, यानी कि सारी की सारी जी सत्ताधारी धिर है, उसके मंत्री है, विधायक है, वो हुण केंद्र सरकार की इस
ਕੋਸ਼ਿਸ਼ ਨੂੰ ਜਾਂ ਇਸ ਉਪਰਾਲੇ ਨੂੰ ਜੋ ਕਿ ਗਵਰਨਰ ਦੇ ਜ਼ਰੀਏ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ 22 ਸਤੰਬਰ ਦੇ ਕੌਨਫੀਡੈਂਸ ਵੋਟ ਨੂੰ ਰੁਕਵਾ ਕੇ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਸੰਵਿਧਾਨ ਵਿਰੋਧੀ ਦੱਸ ਰਹੀ ਹੈ, ਜਮਹੂਰੀਅਤ ਵਿਰੋਧੀ ਦੱਸਦੀ ਪਈ ਹੈ। ਸੋ ਇਸ ਦਾ ਪੂਰਾ ਦਾ ਪੂਰਾ ਇੱਕ ਟੈਕਨੀਕਲ ਤੇ ਕਾਨੂੰਨੀ ਪੱਖ ਹੈ, ਲੀਗੈਲਿਟੀ ਤੇ ਕਨਸਟੀਟਿਊਸ਼ਨੈਲਿਟੀ ਹੈ, ਵਿਧਾਨਿਕਤਾ ਹੈ, ਜਿਸ ਨੂੰ ਕਿ ਮੈਂ ਡਿਸਕਸ ਕੀਤਾ। ਇਹ ਦੱਸ ਦੇ ਕਿ ਬਨਵਾਰੀ ਲਾਲ ਪੁਰੋਹਿਤ ਜੋ ਕਿ ਪੰਜਾਬ ਦੇ ਰਾਜਪਾਲ ਨੇ, ਉਹਨਾਂ ਨੇ ਲੀਗਲ ਓਪੀਨੀਅਨ ਇਸ ਆਰਡਰ ਤੋਂ ਪਹਿਲਾਂ ਲਿਆ। ਪੰਜਾਬ ਦੇ ਰਾਜਪਾਲ ਨੇ ਭਾਰਤ ਦੇ ਐਡੀਸ਼ਨਲ ਸੋਲਿਸਿਟਰ ਜਨਰਲ ਆਫ ਇੰਡੀਆ ਸਤਪਾਲ ਜੈਨ ਤੋਂ ਲੀਗਲ ਓਪੀਨੀਅਨ ਲਿਆ ਤੇ ਉਹਨਾਂ ਨੇ ਵੀ ਇਹੀ ਹਾਮੀ ਭਰੀ। ਕੀ ਲੀਗਲ ਤੇ ਕਨਸਟੀਟਿਊਸ਼ਨਲ ਗਰਾਊਂਡ ਹੈ, ਇਸ ਮੁਤਲਕ ਮੈਂ ਗੱਲਬਾਤ ਖੁਦ ਕੀਤੀ ਹੈ ਸਤਪਾਲ ਜੈਨ ਦੇ ਨਾਲ, ਐਡੀਸ਼ਨਲ ਸੋਲਿਸਿਟਰ ਜਨਰਲ ਆਫ ਇੰਡੀਆ। ਆਓ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਸੰਵਿਧਾਨਿਕ ਪੱਖ ਹੈ ਗਵਰਨਰ ਦੇ ਇਸ ਆਰਡਰ ਦਾ ਤੇ ਕੀ ਪੰਜਾਬ ਦੇ ਰਾਜਪਾਲ ਆਪਣੀ ਹੱਦ ਨੂੰ ਕ੍ਰਾਸ ਕਰ ਰਹੇ ਨੇ, ਕੀ ਉਹ ਆਪਣੀ ਲਿਮਿਟ ਕ੍ਰਾਸ ਕਰਕੇ ਇਸ ਤਰੀਕੇ ਦਾ ਫੈਸਲਾ ਸੁਣਾ ਰਹੇ ਨੇ। ਇਸ ਤੋਂ ਪਹਿਲਾਂ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੇ ਅਫਸਰ ਹੈਗੇ ਨੇ, ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਗੇ ਨੇ, ਉਹਨਾਂ ਨਾਲ ਮੁਲਾਕਾਤਾਂ ਕਰਦੇ ਰਹੇ ਨੇ। ਸੋ ਮੇ ਬੀ ਦ ਗਵਰਨਰ ਇਜ਼ ਹਾਈਪਰ ਐਕਟਿਵ। ਮੈਂ ਪਹਿਲਾਂ ਵੀ ਰਿਪੋਰਟ ਬਣਾਈ ਹੈ, ਲੇਕਿਨ ਮੈਂ ਅੱਜ ਤੁਹਾਡੀ ਨਜ਼ਰ ਕਰਾਂਗਾ ਐਡੀਸ਼ਨਲ ਸੋਲਿਸਿਟਰ ਜਨਰਲ ਸਤਪਾਲ ਜੈਨ ਦੇ ਨਾਲ ਉਹ ਸਵਾਲ ਜਵਾਬ ਜੋ ਕਿ ਮੈਂ ਹੁਣ ਤੋਂ ਕੁਝ ਦੇਰ ਪਹਿਲਾਂ ਕੀਤੇ। ਸਤਪਾਲ ਜੈਨ ਸਾਹਿਬ ਮੇਰੇ ਨਾਲ ਹੈਗੇ ਨੇ, ਬਹੁਤ ਬਹੁਤ ਸਵਾਗਤ ਹੈ ਜੈਨ ਸਾਹਿਬ। ਧੰਨਵਾਦ, ਬਹੁਤ ਧੰਨਵਾਦ। ਜੈਨ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਲੀਗਲ ਓਪੀਨੀਅਨ ਤੁਹਾਡੇ ਤੋਂ ਮੰਗਿਆ ਗਿਆ, ਤੁਸੀਂ ਕਿਸ ਬੇਸ ਦੇ ਉੱਤੇ ਰਾਜਪਾਲ ਨੂੰ ਇਹ ਲੀਗਲ ਓਪੀਨੀਅਨ ਦਿੱਤਾ? ਕਿਉਂਕਿ ਇਹ ਕੋਟ ਕੀਤਾ ਗਿਆ ਕਿ ਇਹ ਤੁਹਾਡਾ ਲੀਗਲ ਓਪੀਨੀਅਨ ਸੀ ਜਿਸ ਦੇ ਬੇਸ ਉੱਤੇ ਕੌਨਫੀਡੈਂਸ ਮੋਸ਼ਨ ਆ ਹੀ ਨਹੀਂ ਸਕਦਾ। ਸੋ ਇਜ਼ देयर ਐਨੀ ਕਨਸਟੀਟਿਊਸ਼ਨੈਲਿਟੀ ਇਨਵੋਲਵਡ ਇਨ ਦਿਸ ਜਾਂ ਇਹ ਆਪਣੀ ਮਨਮਰਜ਼ੀ ਦੇ ਨਾਲ ਇੰਟਰਪ੍ਰੀਟ ਕੀਤਾ ਗਿਆ ਕਨਸਟੀਟਿਊਸ਼ਨ ਨੂੰ? ਕੱਲ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ ਨੇ ਪੰਜਾਬ ਸਰਕਾਰ ਦੀ ਨਿਵੇਦਨ ਕਰਨ ਤੇ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਬੁਲਾਇਆ ਸੀ ਤੇ ਉਹ ਸੈਸ਼ਨ ਬੁਲਾਉਣ ਤੋਂ ਬਾਅਦ ਜਦੋਂ ਇਹ ਗੱਲ ਬਾਹਰ ਨਿਕਲੀ ਤੇ ਉਸ ਤੋਂ ਤੁਰੰਤ ਬਾਅਦ ਤਿੰਨ ਵਿਰੋਧੀ ਗਰੁੱਪ ਦੇ ਨੇਤਾਵਾਂ ਨੇ, ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਦੇ ਨੇਤਾ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਸ਼ਾਮਿਲ ਨੇ, ਸ਼੍ਰੀ ਅਸ਼ਵਨੀ ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਨੇ, ਵਿਧਾਇਕ ਦਲ ਦੇ ਨੇਤਾ ਨੇ ਤੇ ਬੀਜੇਪੀ ਦੇ ਪ੍ਰਧਾਨ ਨੇ, ਸ਼੍ਰੀ ਸੁਖਬਾਲ ਸਿੰਘ ਖਹਿਰਾ ਜਿਹੜੇ ਕਿ ਕਾਂਗਰਸ ਆਈ ਦੇ ਐਮਐਲਏ ਨੇ, ਉਹਨਾਂ ਨੇ ਲਿਖਤੀ ਤੌਰ ਤੇ ਕਾਨੂੰਨੀ ਤੌਰ ਤੇ ਆਬਜੈਕਸ਼ਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਰੂਲਸ ਦੇ ਵਿੱਚ ਕੋਈ ਪ੍ਰਾਵਧਾਨ ਨਹੀਂ ਹੈ ਕਿ ਕੌਨਫੀਡੈਂਸ ਮੋਸ਼ਨ ਵਾਸਤੇ ਵਿਧਾਨ ਸਭਾ ਦਾ ਸੱਤਰ ਬੁਲਾਇਆ ਜਾਏ। ਕਿਉਂਕਿ ਕੱਲ ਇਹ ਸੱਤਰ ਬੁਲਾਇਆ ਗਿਆ ਸੀ ਤੇ ਕੱਲ ਨੂੰ ਸੱਤਰ ਹੋਣਾ ਸੀ, ਤਾਂ ਅੱਜ ਇੱਕ ਦਿਨ ਬਾਕੀ ਸੀ ਦੇ ਵਿੱਚ ਸਿਰਫ ਜੋ ਵੀ ਫੈਸਲਾ ਕਰਨਾ ਸੀ। ਤੇ ਪੰਜਾਬ ਦੇ ਰਾਜਪਾਲ ਨੇ ਇਸ ਸਥਿਤੀ ਦੇ ਵਿੱਚ ਇਹ ਉਚਿਤ ਸਮਝਿਆ ਕਿ ਇਸ ਮਾਮਲੇ 'ਚ ਲੀਗਲ ਓਪੀਨੀਅਨ ਜਿਹੜਾ ਹੈ ਉਹ ਲਿੱਤਾ ਜਾਏ ਤੇ ਅੱਜ ਉਹਨਾਂ ਨੇ ਲੀਗਲ ਓਪੀਨੀਅਨ ਵਾਸਤੇ ਫਾਈਲ ਬਿਲਕੁਲ ਭੇਜੀ ਸੀ ਤੇ ਮੈਂ ਸਾਰਾ ਜਿਹੜਾ ਮਾਮਲਾ ਸੀ ਉਹਨੂੰ ਐਗਜ਼ਾਮਿਨ ਕੀਤਾ ਔਰ ਐਗਜ਼ਾਮਿਨ ਕਰਨ ਤੋਂ ਬਾਅਦ ਮੈਂ ਇਸ ਨਿਸ਼ਕਰਸ਼ ਤੇ ਪਹੁੰਚਿਆ ਕਿ ਪੰਜਾਬ ਵਿਧਾਨ ਸਭਾ ਦੇ ਰੂਲ ਦੇ ਵਿੱਚ ਕੋਈ ਪ੍ਰਾਵਧਾਨ ਕੌਨਫੀਡੈਂਸ ਮੋਸ਼ਨ ਹਾਸਲ ਕਰਨ ਦਾ ਨਹੀਂ ਹੈ। ਅਗਰ ਪ੍ਰਾਵਧਾਨ ਹੈ ਤਾਂ ਉਹ ਨੋ ਕੌਨਫੀਡੈਂਸ ਮੋਸ਼ਨ ਦਾ ਹੈ, ਕੌਨਫੀਡੈਂਸ ਮੋਸ਼ਨ ਦਾ ਨਹੀਂ ਹੈ। ਇਸ ਕਰਕੇ ਫਿਰ ਮੈਂ ਪੰਜਾਬ ਸਰਕਾਰ ਦਾ ਉਹ ਪ੍ਰਸਤਾਵ ਵੀ ਵੇਖਿਆ ਜਿਹੜਾ ਪ੍ਰਸਤਾਵ ਉਹਨਾਂ ਨੇ ਰਾਜਪਾਲ ਨੂੰ ਭੇਜਿਆ ਸੀ, ਜਿਹਦੇ 'ਚ ਕਿਹਾ ਸੀ ਕਿ ਸਾਨੂੰ ਸੈਸ਼ਨ ਬੁਲਾਉਣ ਦੀ ਅਨੁਮਤੀ ਦਿੱਤੀ ਜਾਏ। ਉਸ ਵਿੱਚ ਵੀ ਅੰਗਰੇਜ਼ੀ 'ਚ ਲਿਖਿਆ ਹੋਇਆ ਸੀ ਕਿ ਓਨਲੀ ਦੀ ਇਸ਼ੂ ਆਫ ਕੌਨਫੀਡੈਂਸ ਮੋਸ਼ਨ ਵਿਲ ਬੀ ਡਿਸਕਸਡ ਇਨ ਦੀ ਹਾਊਸ, no other issue will be discussed in this session। ਲੇਕਿਨ ਜੈਨ ਸਾਹਿਬ, ਜਿਹੜੀ ਗੱਲਬਾਤ ਹੁਣ ਭਗਵੰਤ ਮਾਨ ਮੁੱਖ ਮੰਤਰੀ ਨੇ ਆਪਣੇ ਟਵੀਟ ਰਾਹੀਂ ਕਹੀ ਹੈ ਜਾਂ ਉਹਨਾਂ ਦੇ ਮੰਤਰੀ ਕਹਿ ਰਹੇ ਨੇ ਕਿ ਇਹ ਤਾਂ ਕਨਸਟੀਟਿਊਸ਼ਨ ਦੇ ਖਿਲਾਫ ਹੈ, ਤੁਸੀਂ ਆਪਣੀ ਲੀਗਲ ਓਪੀਨੀਅਨ ਦੇ ਮੁਤਾਬਕ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੌਨਫੀਡੈਂਸ ਮੋਸ਼ਨ ਕਦੇ ਕੋਈ ਵੀ ਪਾਰਟੀ ਜਾਂ ਸਰਕਾਰ ਲੈ ਕੇ ਨਹੀਂ ਆ ਸਕਦੀ। ਇਹ ਤਾਂ ਮੰਨਣ ਲਾਇਕ ਗੱਲ ਨਹੀਂ ਹੈ। ਜੇ ਅਜਿਹੀ ਗੱਲ ਹੁੰਦੀ ਤਾਂ ਇਹ ਆਪਣੇ ਆਪ ਦੇ ਵਿੱਚ ਸੱਦਾ ਹੀ ਨਾ ਦਿਆ ਜਾ ਸਕਦਾ, ਫਿਰ ਉਸ ਦੇ ਰਿਪਰੈਜ਼ੈਂਟੇਸ਼ਨ ਦੀ ਕੀ ਲੋੜ ਸੀ ਜੇ ਕੌਨਫੀਡੈਂਸ ਮੋਸ਼ਨ ਦਾ ਪ੍ਰੋਵੀਜ਼ਨ ਹੀ ਨਾ ਹੁੰਦਾ। ਸੋ ਸਮਥਿੰਗ ਇਜ਼ ਬੀਇੰਗ ਹੈਂਡਲਡ ਨਾਟ ਪ੍ਰੋਪਰਲੀ ਹੇਅਰ। ਦੇਖੋ, ਸੰਵਿਧਾਨ ਦੇ ਅਨੁਸਾਰ ਕੇਂਦਰ 'ਚ ਸਰਕਾਰ ਬਣਾਉਣ ਦਾ ਅਧਿਕਾਰ, ਪ੍ਰਧਾਨ ਮੰਤਰੀ ਤੇ ਮੰਤਰੀ ਨਿਯੁਕਤ ਕਰਨ ਦਾ ਅਧਿਕਾਰ ਰਾਸ਼ਟਰਪਤੀ ਜੀ ਨੂੰ ਹੈ ਔਰ ਵਿਧਾਨ ਸਭਾਵਾਂ ਦੇ ਅੰਦਰ ਇਹ ਰਾਜ ਅਧਿਕਾਰ ਜਿਹੜਾ ਹੈ ਉਹ ਰਾਜਪਾਲ ਜੀ ਨੂੰ ਹੈ। ਔਰ ਰਾਜਪਾਲ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਸ ਗੱਲ ਦੀ ਸੁਨਿਸ਼ਚਿਤ ਕਰਨਾ ਹੁੰਦਾ ਹੈ ਕਿ ਜਿਹੜੀ ਸਰਕਾਰ ਬਣਾਈ ਜਾ ਰਹੀ ਹੈ ਉਸ ਦਾ ਵਿਧਾਨ ਸਭਾ ਦੇ ਵਿੱਚ ਬਹੁਮਤ ਹੈ ਜਾਂ ਨਹੀਂ ਹੈ। ਇਸ ਕਰਕੇ ਉਸ ਸਥਿਤੀ ਵਿੱਚ ਜਦੋਂ ਕੋਈ ਸਰਕਾਰ ਬਣਦੀ ਹੈ ਜਿਸ ਦੇ ਬਾਰੇ ਇਹ ਯਕੀਨੀ ਨਹੀਂ ਹੁੰਦਾ ਕਿ ਉਸ ਦਾ ਬਹੁਮਤ ਹੈ ਜਾਂ ਨਹੀਂ ਹੈ, ਉਸ ਵੇਲੇ ਰਾਜਪਾਲ ਜਾਂ ਰਾਸ਼ਟਰਪਤੀ ਜੀ ਦੇ ਕਹਿਣ ਤੇ ਮੁੱਖ ਮੰਤਰੀ ਵਿਧਾਨ ਸਭਾ 'ਚ ਜਾਂ ਲੋਕ ਸਭਾ 'ਚ ਆਪਣਾ ਬਹੁਮਤ ਸਾਬਤ ਕਰਦੇ ਨੇ, ਵਿਸ਼ਵਾਸ ਮਤ ਹਾਸਲ ਕਰਦੇ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਜਦੋਂ 1996 'ਚ ਬਣੀ ਸੀ ਤਾਂ ਰਾਸ਼ਟਰਪਤੀ ਜੀ ਨੇ ਹਦਾਇਤ ਦਿੱਤੀ ਸੀ ਕਿ ਤੁਸੀਂ 15 ਦਿਨ ਦੇ ਅੰਦਰ ਅੰਦਰ ਆਪਣਾ ਬਹੁਮਤ ਸਾਬਤ ਕਰੋ। ਵਿਧਾਨ ਸਭਾਵਾਂ ਵਿੱਚ ਵੀ ਕਈ ਵਾਰ ਜਦੋਂ ਕਲੀਅਰ ਮੈਜੋਰਟੀ ਨਹੀਂ ਹੁੰਦੀ ਹੈ ਤਾਂ ਇਹ ਗਵਰਨਰ ਦਾ ਅਧਿਕਾਰ ਹੈ ਕਿ ਮੁੱਖ ਮੰਤਰੀ ਨੂੰ ਕਹੇ ਕਿ ਤੁਸੀਂ ਵੋਟ ਆਫ ਕੌਨਫੀਡੈਂਸ ਹਾਸਲ ਕਰੋ।
ਇਸ ਤਰੀਕੇ ਦੇ ਨਾਲ ਹੀ ਅਗਰ ਮੰਨ ਲਓ ਦੂਜੀ ਸਥਿਤੀ ਦੇ ਵਿੱਚ ਕੋਈ ਸਰਕਾਰ ਨੂੰ ਬਹੁਮਤ ਹੈਗਾ ਸੀ, ਜਿਵੇਂ ਮਹਾਰਾਸ਼ਟਰ ਵਿੱਚ ਸੀ, ਕੁਝ ਲੋਕਾਂ ਨੇ ਸ਼ਿਵ ਸੈਨਾ ਦੇ ਨੇ ਸਪੋਰਟ ਵਾਪਸ ਕੀਤੀ, ਤੇ ਉਦੋਂ ਵੀ ਰਾਜਪਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਤੁਹਾਡਾ ਬਹੁਮਤ ਨਹੀਂ ਹੈ, ਇਸ ਕਰਕੇ ਤੁਸੀਂ ਬਹੁਮਤ ਸਾਬਤ ਕਰੋ। ਮੁੱਖ ਮੰਤਰੀ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ। ਉਹ ਦੂਜੀ ਸਥਿਤੀ ਹੈ ਜਦੋਂ ਸਰਕਾਰ ਚੱਲਦੇ ਹੋਏ ਕੁਝ ਲੋਕ ਪਾਰਟੀ ਛੱਡ ਜਾਣ। ਤੀਜੀ ਸਥਿਤੀ ਉਹ ਹੈ ਕਿ ਆਪੋਜੀਸ਼ਨ ਪਾਰਟੀਆਂ, ਵਿਰੋਧੀ ਧਿਰ ਤੁਹਾਡੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਪੇਸ਼ ਕਰ ਰਹੀਆਂ ਨੇ, ਤੁਸੀਂ ਆਪਣੀ ਸਰਕਾਰ ਨੂੰ ਬਚਾਉਣ ਵਾਸਤੇ ਸੈਸ਼ਨ ਨਹੀਂ ਬੁਲਾ ਰਹੇ, ਇਹ ਸਾਫ਼ ਹੋ ਗਿਆ ਕਿ ਤੁਸੀਂ ਬਹੁਮਤ 'ਚ ਨਹੀਂ ਹੈਗੇ ਹੋ, ਤੇ ਰਾਜਪਾਲ ਉਹਨਾਂ ਨੂੰ ਡਾਇਰੈਕਸ਼ਨ ਦਿੰਦਾ ਕਿ ਤੁਸੀਂ ਬਹੁਮਤ ਸਾਬਤ ਕਰੋ। ਬਹੁਮਤ ਸਾਬਤ ਕਰਨ ਦਾ, ਵਿਸ਼ਵਾਸ ਮਤ ਹਾਸਲ ਕਰਨ ਦਾ ਜਿਹੜੀ ਡਾਇਰੈਕਸ਼ਨ ਹੈ ਉਹ ਰਾਜਪਾਲ ਦਿੰਦਾ ਹੈ ਉਸ ਸਰਕਾਰ ਨੂੰ ਜਿਹਦੇ ਬਾਰੇ ਡਾਊਟ ਹੋਵੇ ਕਿ ਇਹਦਾ ਬਹੁਮਤ ਹੈ ਜਾਂ ਨਹੀਂ ਹੈ। ਪੰਜਾਬ 'ਚ 117 ਚੋਂ 90 92 ਐਮਐਲਏ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੇ ਨੇ। ਕੌਣ ਪੰਜਾਬ 'ਚ ਇਹ ਗੱਲ ਕਹਿ ਰਿਹਾ ਹੈ, ਰੂਲਿੰਗ ਦਾ ਜਾਂ ਆਪੋਜੀਸ਼ਨ ਦਾ ਜਾਂ ਕੋਈ ਵੀ, ਕਿ ਮਾਨ ਸਰਕਾਰ ਨੂੰ ਬਹੁਮਤ ਹਾਸਲ ਨਹੀਂ ਹੈ? ਤੇ ਇਹ ਸੈਸ਼ਨ ਬੁਲਾ ਕੇ ਉਹ ਕੀ ਸਾਬਤ ਕਰਨਾ ਚਾਹ ਰਹੇ ਨੇ? ਕਿਸ ਵਾਸਤੇ ਸੈਸ਼ਨ ਬੁਲਾਇਆ ਜਾ ਰਿਹਾ? ਜਿਸ ਦਾ ਮਤਲਬ ਸਾਫ਼ ਹੈ ਕਿ ਕਾਨੂੰਨ ਔਰ ਸੰਵਿਧਾਨ ਦੇ ਮੁਤਾਬਕ ਉਹ ਨਹੀਂ ਚੱਲਣਾ ਚਾਹੁੰਦੇ, ਉਹਨਾਂ ਦੀ ਆਪਣੀ ਕੁਝ ਰਾਜਨੀਤਿਕ ਮਜਬੂਰੀਆਂ ਨੇ, ਲੇਕਿਨ ਗਵਰਨਰ ਕਿਉਂਕਿ ਕਸਟੋਡੀਅਨ ਆਫ ਦੀ ਕਨਸਟੀਟਿਊਸ਼ਨ ਹੈ, ਇਸ ਕਰਕੇ ਗਵਰਨਰ ਸਾਹਿਬ ਨੂੰ ਇਹ ਵੇਖਣਾ ਹੈ ਕਿ ਕਿਆ ਜੋ ਸੈਸ਼ਨ ਬੁਲਾਇਆ ਜਾ ਰਿਹਾ ਉਹ ਕਾਨੂੰਨ ਦੇ ਮੁਤਾਬਕ ਹੈ ਜਾਂ ਨਹੀਂ ਹੈ। ਕਿਉਂਕਿ ਕਾਨੂੰਨ ਦੇ ਮੁਤਾਬਕ ਨਹੀਂ ਸੀ, ਰੂਲ ਦੇ ਵਿੱਚ ਕੋਈ ਪ੍ਰਾਵਧਾਨ ਪੰਜਾਬ ਵਿਧਾਨ ਸਭਾ ਦੇ ਵਿਸ਼ਵਾਸ ਮਤ ਹਾਸਲ ਕਰਨ ਦਾ ਨਹੀਂ ਹੈ, ਇਸ ਕਰਕੇ ਰਾਜਪਾਲ ਨੇ ਆਪਣਾ ਜੋ ਹੁਕਮ ਸੀ ਉਹ ਵਾਪਸ ਲਿੱਤਾ। ਜੇ ਇਹ ਕੌਨਫੀਡੈਂਸ ਮੋਸ਼ਨ ਜਾਂ ਜਿਹੜਾ ਕੌਨਫੀਡੈਂਸ ਵੋਟ ਕਰਵਾ ਲਿਆ ਜਾਂਦਾ, ਉਹਦੇ ਨਾਲ ਕੁਝ ਅਨਕਨਸਟੀਟਿਊਸ਼ਨਲ ਜਾਂ ਇਲੀਗਲ ਹੋ ਜਾਣਾ ਸੀਗਾ ਜੇ ਉਹ ਆਪਣੀ ਤਸੱਲੀ ਲਈ, ਕਿਉਂਕਿ ਬੜੇ ਸੰਗੀਨ ਇਲਜ਼ਾਮ ਲੱਗੇ ਨੇ। ਇਹ ਇਲਜ਼ਾਮ ਲੱਗੇ ਨੇ ਕਿ FIR ਤੱਕ ਰਜਿਸਟਰ ਹੋ ਗਈ ਕਿ ਜੀ ਆਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ, ਤੁਸੀਂ ਬੀਜੇਪੀ ਦੇ ਨਾਲ ਐਸੋਸੀਏਟਿਡ ਵੀ ਰਹੇ ਹੋ ਤੇ ਹੋ ਇਨਫੈਕਟ, ਤੇ ਬੀਜੇਪੀ ਤੋਂ ਤੇ ਇਲਜ਼ਾਮ ਨੇ। ਸੋ ਅਜਿਹੀ ਸਥਿਤੀ ਦੇ ਵਿੱਚ ਜੇ ਇਹ ਸੰਸਾ ਵੀ ਕੱਢ ਲੈਣ ਦਿੱਤਾ ਜਾਂਦਾ ਤੇ ਫਲੋਰ ਆਫ ਦਾ ਹਾਊਸ ਦੇ ਉੱਤੇ ਆਪਣਾ ਜੋ ਮੈਜੋਰਿਟੀ ਪੂਰਨ ਬਹੁਮਤ ਸਥਾਪਿਤ ਕਰ ਦਿੰਦੇ, ਤਾਂ ਫਿਰ ਮੈਨੂੰ ਲੱਗਦਾ ਕਾਫੀ ਹੱਦ ਤੱਕ ਜਿਹੜਾ ਕਲੰਕ ਲੱਗਾ ਹੋਇਆ ਹੈਗਾ ਕੇਂਦਰ ਸਰਕਾਰ ਉੱਤੇ, ਧੱਬਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਧੁਲ ਜਾਣਾ ਸੀਗਾ। ਤਾਂ ਦਿੱਕਤ ਕੀ ਸੀ? ਕੋਈ ਕਨਸਟੀਟਿਊਸ਼ਨੈਲਿਟੀ ਦਾ ਐਡਾ ਵੱਡਾ ਕ੍ਰਾਈਸਿਸ ਸੀ? ਸਰਕਾਰਾਂ ਵਿਧਾਨ ਸਭਾ ਕਾਨੂੰਨ ਦੇ ਅਨੁਸਾਰ ਚੱਲਦੀਆਂ ਨੇ, ਕਿਸੇ ਦੀ ਆਪਣੀ ਮਨਮਰਜ਼ੀ ਦੇ ਤੇ ਆਪਣੀ ਰਾਜਨੀਤਿਕ ਇੱਛਾ ਦੇ ਅਨੁਸਾਰ ਨਹੀਂ ਚੱਲਦੀਆਂ ਨੇ। ਵਿਧਾਨ ਸਭਾ ਦੇ ਅੰਦਰ ਪਹਿਲੀ ਗੱਲ ਜਿਹੜੀ ਤੁਸੀਂ ਕਹੀ ਹੈ ਆਪਰੇਸ਼ਨ ਲੋਟਸ ਜਾਂ ਕੀ ਹੈਗਾ, ਉਹ ਕੀ ਟਰਮੀਨੋਲੋਜੀ ਯੂਜ਼ ਕਰ ਰਹੇ ਨੇ, ਅੱਜ ਤੱਕ ਕਿਸੇ ਨੇ ਆਮ ਆਦਮੀ ਪਾਰਟੀ ਦੇ ਇੱਕ ਵੀ ਐਮਐਲਏ ਨੇ ਨਹੀਂ ਕਿਹਾ ਕਿ ਮੈਂ ਭਗਵੰਤ ਸਿੰਘ ਮਾਨ ਦੇ ਨਾਲ ਨਹੀਂ ਹਾਂ। ਕਿਸੇ ਨੇ ਨਹੀਂ ਕਿਹਾ ਕਿ ਤੁਹਾਡੀ ਸਰਕਾਰ ਨੂੰ ਮੈਜੋਰਟੀ ਨਹੀਂ ਹੈ। ਤੇ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਿਰਫ ਔਰ ਸਿਰਫ ਸਰਕਾਰੀ ਖਰਚੇ ਤੇ, ਜਿਹਦੇ ਤੇ ਲੱਖਾਂ ਕਰੋੜਾਂ ਰੁਪਏ ਦਾ ਖਰਚਾ ਹੁੰਦਾ ਹੈ, ਸਿਰਫ ਆਪਣੀ ਇੱਕ ਰਾਜਨੀਤਿਕ ਸੱਤਾ ਨੂੰ ਮਜ਼ਬੂਤ ਕਰਨ ਵਾਸਤੇ ਕਾਨੂੰਨ ਦਾ ਦੁਰਉਪਯੋਗ ਕਰਨਾ ਚਾਹੁੰਦੇ ਹੋ, ਸੰਵਿਧਾਨ ਦਾ ਦੁਰਉਪਯੋਗ ਕਰਨਾ ਚਾਹ ਰਹੇ ਹੋ। ਕਿਸੇ ਨੇ ਕਿਹਾ ਇਹ ਗੱਲ ਕਿ ਤੁਹਾਨੂੰ ਬਹੁਮਤ ਨਹੀਂ ਹੈ? ਕੀ ਸਾਬਤ ਕਰਨਾ ਚਾਹ ਰਹੇ ਹੋ? ਮਹਾਰਾਸ਼ਟਰ 'ਚ ਕਿਹਾ ਗਿਆ ਸੀ ਬਹੁਮਤ ਨਹੀਂ ਹੈ, ਜੋ ਹੀ ਗਵਰਨਰ ਸਾਹਿਬ ਨੇ ਡਾਇਰੈਕਸ਼ਨ ਦਿੱਤੀ ਮੁੱਖ ਮੰਤਰੀ ਅਸਤੀਫਾ ਦੇ ਗਏ। ਕਿਆ ਪੰਜਾਬ 'ਚ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਮੇਰਾ ਬਹੁਮਤ ਨਹੀਂ ਹੈ? ਕਿਆ ਗਵਰਨਰ ਨੇ ਕਦੇ ਕਿਹਾ ਕਿ ਤੁਹਾਡੀ ਮੈਜੋਰਟੀ ਨਹੀਂ ਹੈ? ਕਿਆ बीजेपी ने, कांग्रेस ने, किसी पार्टी ने किया ਤੁਹਾਡੀ ਮੈਜੋਰਟੀ ਨਹੀਂ ਹੈ? लेकिन करके नहीं चलती कि मैं जो भी साबित करना चाहता मैं करा, कानून के अनुसार चलती है। हाँ, अगर मान लो आम आदमी पार्टी स्प्लिट हो जाए, 20-25 एमएलए कहन के ਅਸੀਂ ਛੱਡ ਰਹੇ ਹਾਂ, ਉਸ ਹਾਲੇ ਦੇ ਵਿੱਚ ਵੀ ਕੌਨਫੀਡੈਂਸ ਵੋਟ ਲੈਣ ਦਾ ਜਿਹੜਾ ਡਾਇਰੈਕਸ਼ਨ ਹੈ ਉਹ ਗਵਰਨਰ ਸਾਹਿਬ ਦੇਣਗੇ ਕਿ ਤੁਸੀਂ ਆਪਣਾ ਬਹੁਮਤ ਸਾਬਤ ਕਰੋ। ਤੁਹਾਡੀ ਆਪਣੀ ਮਰਜ਼ੀ ਦੇ ਮੁਤਾਬਕ ਨਹੀਂ ਹੈ। ਅੱਜ ਤੁਸੀਂ ਸੈਸ਼ਨ ਬੁਲਾਇਆ, 15 ਦਿਨ ਬਾਅਦ ਫਿਰ ਬੁਲਾ ਲੋਗੇ, ਫਿਰ 15 ਦਿਨ ਤੋਂ ਬਾਅਦ ਬੁਲਾ ਲੋਗੇ। ਸੰਵਿਧਾਨ ਔਰ ਸਰਕਾਰਾਂ ਜਿਹੜੀਆਂ ਨੇ, ਸਰਕਾਰਾਂ ਵਿਧਾਨ ਸਭਾ ਕਾਨੂੰਨ ਦੇ ਅਨੁਸਾਰ ਚਲਦੀਆਂ ਨੇ, ਆਪਣੀ ਮਰਜ਼ੀ ਨਾਲ ਨਹੀਂ ਚਲਦੀਆਂ, ਕਿਉਂਕਿ ਕੋਈ ਰੂਲ ਦੇ ਵਿੱਚ ਪ੍ਰਾਵਧਾਨ ਨਹੀਂ ਹੈ ਕੌਨਫੀਡੈਂਸ ਮੋਸ਼ਨ ਵਾਸਤੇ ਹਾਊਸ ਬੁਲਾਉਂਦਾ। ਔਰ ਦੂਜੀ ਗੱਲ, ਸਿਰਫ ਇਸੇ ਪਰਪਸ ਵਾਸਤੇ ਸੈਸ਼ਨ ਬੁਲਾਇਆ ਜਾ ਰਿਹਾ ਸੀ। ਅਗਰ ਮੰਨ ਲਓ 1 ਮਿੰਟ ਵਾਸਤੇ ਬਾਕੀ ਬਿਜ਼ਨਸ ਵੀ ਹੈਗਾ ਸੀ, ਹੋਰ ਵੀ ਕੰਮ ਕਰਨਾ ਸੀ, ਤੇ ਉਸ ਦੇ ਨਾਲ ਨਾਲ ਤੁਸੀਂ ਕਹੋ ਕਿ ਅਸੀਂ ਇਹ ਬਿੱਲ ਟ੍ਰਾਂਜੈਕਸ਼ਨ ਕਰਨੇ, ਨਾਲ ਅਸੀਂ ਕੌਨਫੀਡੈਂਸ ਮੋਸ਼ਨ ਵੀ ਲੈ ਲਾਂਗੇ, ਉਹ ਗੱਲ 1 ਮਿੰਟ ਵਾਸਤੇ ਸਮਝ ਆਉਂਦੀ ਹੈ। ਜਦੋਂ ਤੁਹਾਡਾ ਕੋਈ ਕਾਨੂੰਨ ਪਾਸ ਹੁੰਦਾ ਹੈ, ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਤੁਸੀਂ ਮੈਜੋਰਟੀ 'ਚ ਹੈਗੇ ਹੋ। ਤੁਹਾਡਾ ਬਜਟ ਪਾਸ ਹੋਇਆ, ਕਾਨੂੰਨ ਪਾਸ ਹੋਇਆ, ਜਦੋਂ ਉਸ ਗੱਲ ਤੇ ਕੋਈ ਸ਼ੱਕ ਹੀ ਨਹੀਂ ਹੈਗਾ, ਜਦੋਂ ਕੋਈ ਕਹਿ ਹੀ ਨਹੀਂ ਰਿਹਾ ਕਿ ਤੁਹਾਡਾ ਬਹੁਮਤ ਨਹੀਂ ਹੈ, ਉਸ ਹਾਲਤ ਦੇ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਸੈਸ਼ਨ ਬੁਲਾਣਾ ਬਹੁਤ ਹੀ ਗਲਤ ਔਰ ਅਮਰਿਆਦਿਤ ਹੈ। लेकिन जैन साहब 11 एमएलए शिकायत कर रहे ने FIR रजिस्टर कराई है। सो स्थिति अजिही सी जिथे कि कुछ किस्म के संशय सरकार दे विधायकों या पार्टी रूलिंग पार्टी के विधायकों को खरीदण नूं लैके सी। 11 विधायक ਵੱਲੋਂ ਜਿਹੜੀ ਸ਼ਿਕਾਇਤ ਸੀ ਕਿ ਉਹ ਆਪਣੇ ਆਪ ਦੇ ਵਿੱਚ ਉਸ ਨੂੰ ਇੱਕ ਬੇਸ ਨਹੀਂ ਸੀ ਮੰਨਿਆ ਜਾ ਸਕਦਾ, ਕਿਉਂਕਿ ਇਲੈਕਟਿਡ ਰਿਪਰੈਜ਼ੈਂਟੇਟਿਵਸ FIR ਦਰਜ ਕਰਾ ਰਹੇ ਸੀ। ਉਹ ਕਹਿ ਰਹੇ ਸਾਡੇ ਕੋਲ ਆਡੀਓ ਰਿਕਾਰਡਿੰਗਸ ਨੇ। ਇਹ ਆਰਗੂਮੈਂਟ ਤੇ ਮਾਨ ਸਾਹਿਬ ਦੇ ਉਲਟ ਜਾਂਦੀ ਹੈ, ਉਹ ਸਰਕਾਰ ਦੇ ਖਿਲਾਫ ਜਾਂਦੀ ਹੈ। ਅਗਰ ਉਹ 11 MLA ਇਹ ਕਹਿੰਦੇ ਕਿ ਅਸੀਂ ਸਪੋਰਟ ਵਾਪਸ ਲੈ ਲਈ ਹੈ
ਔਰ ਕੋਈ ਇਹ ਇਲਜ਼ਾਮ ਲਗਾਉਂਦਾ ਵੀ ਇਹਨਾਂ ਨੇ ਪੈਸੇ ਲੈਣ ਤੇ ਲਿੱਤੀ ਹੈ, ਫਿਰ ਇਹ ਸ਼ੱਕ ਹੁੰਦਾ ਕਿ ਸਰਕਾਰ ਦੀ ਮੈਜੋਰਟੀ ਹੈ ਜਾਂ ਨਹੀਂ ਹੈ। ਉਹ ਬੰਦੇ FIR ਲੌਂਚ ਕਰ ਚੁੱਕੇ ਨੇ, ਇਨਵੈਸਟੀਗੇਸ਼ਨ ਹੋ ਰਹੀ ਹੈ, ਵਿਜੀਲੈਂਸ, ਪੰਜਾਬ ਪੁਲਿਸ ਸਾਰੀ ਪੰਜਾਬ ਸਰਕਾਰ ਦੇ ਅੰਡਰ ਹੈ। ਅਗਰ ਕਿਸੇ ਨੇ ਪੈਸੇ ਦੇਣ ਦੀ ਆਫਰ ਕੀਤੀ ਹੈ, ਕੋਈ ਹੋਵੇ, ਪੈਸਾ ਲੈਣਾ ਵੀ ਉਨਾ ਹੀ ਗੈਰ ਕਾਨੂੰਨੀ ਹੈ ਜਿੰਨਾ ਪੈਸਾ ਦੇਣਾ ਹੈ। ਸਰਕਾਰ ਪੂਰੀ ਹੈ, ਜੋ ਕਾਰਵਾਈ ਕਰਨੀ ਚਾਹੁੰਦੀ ਹੈ ਉਹ ਕਰੇ। ਪੈਸਾ ਲੈਣਾ ਦੇਣਾ ਕ੍ਰਿਮੀਨਲ ਆਫੈਂਸ ਹੈ, ਲੈਜਿਸਲੇਟਿਵ ਕੰਮ ਨਹੀਂ ਹੈ। ਇਸ ਕਰਕੇ ਅਗਰ ਸਰਕਾਰ ਨੂੰ ਇਹ ਸ਼ੱਕ ਹੈ ਕਿ ਕੁਝ ਬੰਦਿਆਂ ਨੇ 11 ਬੰਦਿਆਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਇੰਤਜ਼ਾਰ ਕਿਸ ਗੱਲ ਦਾ ਹੈ? FIR ਲੌਂਚ ਕਰੋ, ਕਾਰਵਾਈ ਕਰੋ, ਤੇ ਕਾਰਵਾਈ ਉਹਨਾਂ ਦੇ ਖਿਲਾਫ ਹੋਏਗੀ ਨਾ ਜਿਹੜੇ ਪੈਸੇ ਦੇਣ ਦੀ ਆਫਰ ਕਰ ਰਹੇ ਨੇ। ਜਿਹੜੇ ਬੰਦੇ ਖੁਦ ਹੀ ਕਹਿ ਰਹੇ ਨੇ ਕਿ ਸਾਨੂੰ ਆਫਰ ਕੀਤੀ ਗਈ, ਅਸੀਂ ਨਹੀਂ ਪੈਸੇ ਲਿੱਤੇ, ਉਸ ਦੇ ਨਾਲ ਬਹੁਮਤ ਤੇ ਕਿਵੇਂ ਅਸਰ ਹੋ ਗਿਆ? ਬਹੁਮਤ ਤਾਂ ਬਲਕਿ ਹੋਰ ਉਹਨਾਂ ਦਾ ਮਜ਼ਬੂਤ ਹੁੰਦਾ ਉਹਦੇ ਨਾਲ। ਲੇਕਿਨ ਜੇ ਜੈਨ ਸਾਹਿਬ ਇੱਥੇ 3-4 ਹੋਰ ਇਸ਼ੂਜ਼ ਨਾਲ ਕਲੱਬ ਕਰ ਲਏ ਜਾਂਦੇ ਤਾਂ ਫਿਰ ਇਹ ਵੋਟ ਕੌਨਫੀਡੈਂਸ ਦਾ ਵੋਟ ਹੋਣਾ ਸੀ। ਜੇ ਸੈਸ਼ਨ ਵੈਲਿਡ ਹੁੰਦਾ, ਇਹਦੇ ਪਿੱਛੇ 2-3 ਹੋਰ ਇਸ਼ੂਜ਼ ਹੁੰਦੇ ਜੋ ਕਿ ਇਸ ਵਿਧਾਨ ਸਭਾ ਸੱਤਰ ਦੇ ਵਿੱਚ ਡਿਸਕਸ ਕੀਤੇ ਜਾਣੇ ਹੁੰਦੇ ਸੀ। ਉਸ ਸਥਿਤੀ ਦੇ ਵਿੱਚ ਕੌਨਫੀਡੈਂਸ ਵੋਟ ਕਰਵਾ ਸਕਦੇ ਸੀਗੇ ਜੇ ਇਹ ਧਿਆਨ ਰੱਖਿਆ ਗਿਆ ਹੁੰਦਾ। ਦੇਖिए, ਇੱਕ ਗੱਲ ਸਮਝ ਲਓ, ਵਿਧਾਨ ਸਭਾ 'ਚ ਜਿੰਨਾ ਵੀ ਇਸ਼ੂਜ਼ ਤੇ ਵੋਟਿੰਗ ਹੁੰਦੀ ਹੈ, ਉਹ ਹਰ ਵੋਟਿੰਗ ਸਰਕਾਰ ਦੀ ਮੈਜੋਰਟੀ ਹੈ ਜਾਂ ਨਹੀਂ ਹੈ ਉਸਦਾ ਇੰਡੀਕੇਟਰ ਹੁੰਦਾ ਹੈ। ਅਗਰ ਕੋਈ ਬਿੱਲ ਫੇਲ ਹੋ ਜਾਂਦਾ ਹੈ, ਪਾਸ ਨਹੀਂ ਹੁੰਦਾ, ਤੇ ਇਸ ਦਾ ਮਤਲਬ ਹੈ ਸਰਕਾਰ ਦੀ ਮੈਜੋਰਟੀ ਨਹੀਂ ਹੈ। ਤੁਹਾਨੂੰ ਯਾਦ ਹੋਣਾ 1968 ਦੇ ਵਿੱਚ ਜਦੋਂ ਜਸਟਿਸ ਗੁਰਨਾਮ ਸਿੰਘ ਦੇ ਖਿਲਾਫ ਰਿਵੋਲਟ ਕਰਕੇ ਸਰਦਾਰ ਲਛਮਣ ਸਿੰਘ ਗਿੱਲ ਮੁੱਖ ਮੰਤਰੀ ਬਣੇ ਸਨ, ਉਦੋਂ ਵਿਧਾਨ ਸਭਾ 'ਚ ਇੱਕ ਗਵਰਨਰ ਦੇ ਐਡਰੈਸ ਤੇ VOTING ਹੋਈ ਸੀ, ਜਿਸ ਦੇ ਵਿੱਚ ਸਰਦਾਰ ਗੁਰਨਾਮ ਸਿੰਘ ਦੀ ਸਰਕਾਰ ਹਾਰ ਗਈ ਸੀ, ਸਰਕਾਰ ਨੂੰ ਅਸਤੀਫਾ ਦੇਣਾ ਪਿਆ। ਬਹੁਮਤ ਜਿਹੜਾ ਹੈ ਉਹ ਸਾਬਤ ਕਰਨ ਦਾ ਇੱਕ ਨਹੀਂ, ਸੈਸ਼ਨ ਦੇ ਦੌਰਾਨ ਹਰ ਤੀਜੇ ਦਿਨ ਕੋਈ ਨਾ ਕੋਈ ਮੌਕਾ ਹੁੰਦਾ ਹੈ। ਤੁਹਾਡੇ ਬਿੱਲ ਤਾਂ ਹੀ ਪਾਸ ਹੋਣਗੇ ਜੇ ਤੁਹਾਡੀ ਮੈਜੋਰਟੀ ਹੈ, ਤੁਹਾਡੇ ਕਾਨੂੰਨ ਤਾਂ ਹੀ ਬਣਨਗੇ ਜੇ ਮੈਜੋਰਟੀ ਹੈ, ਤੇ ਤੁਸੀਂ ਉਸ ਦੇ ਬਾਅਦ ਇੰਨੀ ਵਾਰ ਮੈਜੋਰਟੀ ਸਾਬਤ ਕਰ ਚੁੱਕੇ ਹੋ। ਲੇਕਿਨ ਅਗਰ ਇਹ ਕੋਈ ਕਹੇ ਕਿ ਸਿਰਫ ਔਰ ਸਿਰਫ ਆਪਣੀ ਮੈਜੋਰਟੀ ਸਾਬਤ ਕਰਕੇ ਮੈਂ ਆਪਣੀ ਤਸੱਲੀ ਕਰਨਾ ਚਾਹੁੰਦਾ ਹੈ, ਪਾਰਟੀ ਦੀ ਤਸੱਲੀ ਕਰਨਾ ਚਾਹੁੰਦਾ ਹੈ, ਤਾਂ ਉਹ ਕਾਨੂੰਨ ਦੇ ਅਨੁਸਾਰ ਪਰਮਿਟਡ ਨਹੀਂ ਹੈ। ਜੈਨ ਸਾਹਿਬ, ਇੱਕ ਨਾਲ ਹੀ ਜੁੜਿਆ ਹੋਇਆ ਕੁਐਸਚਨ ਹੈ ਕਿ ਪੰਜਾਬ ਦੇ ਜਿਹੜੇ ਗਵਰਨਰ ਨੇ ਬਨਵਾਰੀ ਲਾਲ ਪੁਰੋਹਿਤ ਜੀ, ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਵਿਸ਼ੇਸ਼ ਸਪੈਸ਼ਲ ਇੰਟਰਸਟ ਦਿਖਾ ਰਹੇ ਨੇ। ਸਵਾਲ ਇਹ ਵੀ ਉੱਠਦੇ ਨੇ ਕਿ ਉਹ ਜਾ ਕੇ ਬਾਰਡਰ ਦੇ ਇਲਾਕਿਆਂ ਦੇ ਵਿੱਚ ਮੀਟਿੰਗਾਂ ਲੈ ਰਹੇ ਨੇ, ਪੁਲਿਸ ਅਫਸਰਾਂ ਦੀ ਮੀਟਿੰਗ ਲੈ ਰਹੇ ਨੇ। ਹੁਣੀ ਵੀ ਉਹਨਾਂ ਦੀ ਰੀਸੈਂਟਲੀ ਮਾਈਨਿੰਗ ਨੂੰ ਲੈ ਕੇ ਕੁਝ ਕੰਸਰਨਸ ਉਹਨਾਂ ਨੇ ਜ਼ਾਹਰ ਕੀਤੇ। ਮੀਟਿੰਗਾਂ ਉਹਨਾਂ ਨੇ ਜਿਹੜੇ ਮੁੱਖ ਮੰਤਰੀ ਦੀ ਐਬਸੈਂਸ ਦੇ ਵਿੱਚ ਅਕਸਰ ਉਹ ਲੈਂਦੇ ਰਹੇ ਹੈਗੇ ਨੇ। ਸੋ ਕੀ ਗਵਰਨਰ ਆਪਣੀ ਜਿਹੜੀ ਹੱਦ ਹੈ ਉਸ ਨੂੰ ਬ੍ਰੀਚ ਕਰਦੇ ਹੋਏ ਨਜ਼ਰ ਨਹੀਂ ਆ ਰਹੇ? ਪਹਿਲਾਂ ਕਿਸੇ ਗਵਰਨਰ ਨੇ ਇਸ ਤਰੀਕੇ ਦੀ ਪੋਜੀਸ਼ਨ ਨਹੀਂ ਲਈ, ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਤਰੀਕੇ ਦੀਆਂ ਮੀਟਿੰਗਸ ਨਹੀਂ ਲਈਆਂ ਗਈਆਂ। ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੀ ਮੈਂ ਗੱਲ ਕਰ ਰਿਹਾ। ਇਸ ਕੇਸ ਦੇ ਵਿੱਚ ਤਾਂ ਇੱਕ ਵਿਧਾਨ ਸਭਾ ਸੈਸ਼ਨ ਨੂੰ ਰੱਦ ਕਰਤਾ ਗਿਆ। ਸੋ ਤੁਹਾਨੂੰ ਨਹੀਂ ਲੱਗਦਾ ਕਿ ਇਸ ਵਕਤ ਗਵਰਨਰ ਥੋੜੇ ਜ਼ਿਆਦਾ ਐਕਟਿਵ ਹੈਗੇ ਨੇ ਨਾਰਮਲੀ ਜਿੰਨੇ ਹੋਇਆ ਕਰਦੇ ਨੇ? ਦੇਖੋ, ਪੰਜਾਬ ਜਦੋਂ ਗਵਰਨਰ, ਕੋਈ ਵੀ ਕਿਸੇ ਸੂਬੇ ਦਾ ਗਵਰਨਰ ਸਹੁੰ ਚੱਕਦਾ ਹੈ ਤਾਂ ਉਹ ਸਹੁੰ ਚੱਕਦਾ ਇਹ ਗੱਲ ਤੇ ਕਿ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਅਪਹੋਲਡ ਕਰਾਂਗਾ, ਆਈ ਵਿਲ ਅਪਹੋਲਡ ਦੀ ਕਨਸਟੀਟਿਊਸ਼ਨ ਆਫ ਇੰਡੀਆ। ਇਸ ਕਰਕੇ ਕਿਸੇ ਵੀ ਗਵਰਨਰ ਦਾ ਇਹ ਫਰਜ਼ ਹੈ ਕਿ ਅਗਰ ਕੋਈ ਰਾਜ ਵਿੱਚ ਐਸੀ ਗੱਲ ਹੁੰਦੀ ਹੈ ਜਿਹੜੀ ਸੰਵਿਧਾਨ ਦੇ ਖਿਲਾਫ ਹੈ ਤਾਂ ਉਸ ਸੰਵਿਧਾਨ ਨੂੰ ਅਪਹੋਲਡ ਕਰਨਾ ਗਵਰਨਰ ਸਾਹਿਬ ਦਾ ਫਰਜ਼ ਹੈ। ਔਰ ਸਿਰਫ ਪੰਜਾਬ ਹੀ ਨਹੀਂ ਹੈ, ਸਾਰੇ ਹਿੰਦੁਸਤਾਨ ਦੇ ਵਿੱਚ ਮੀਟਿੰਗਾਂ ਲੈਣ ਜਾਣਾ, ਬਾਰਡਰ 'ਚ ਜਾਣਾ, ਲੋਕਾਂ ਦੀ ਦੁੱਖ ਤਕਲੀਫ ਸੁਣਨਾ, ਇਹ ਗਵਰਨਰ ਦਾ ਬਿਲਕੁਲ ਹੱਕ ਹੈ। ਅਗਰ ਗਵਰਨਰ ਇਹ ਮਹਿਸੂਸ ਕਰਦਾ ਹੈ ਕਿ ਬਾਰਡਰ ਦੇ ਵਿੱਚ ਮੇਰੇ ਜਾਣ ਨਾਲ ਸਿਕਿਉਰਿਟੀ ਫੋਰਸਸ ਦਾ ਮੋਰਲ ਹਾਈ ਹੁੰਦਾ ਹੈ, ਬਲਕਿ ਅੱਛੀ ਗੱਲ ਹੈ ਕਿ ਗਵਰਨਰ ਘੁੰਮ ਰਹੇ ਨੇ, ਜਾ ਰਹੇ ਨੇ, ਲੋਕਾਂ ਦਾ ਵਿਸ਼ਵਾਸ ਉਹਨਾਂ 'ਚ ਸਰਕਾਰ 'ਚ ਹੋਰ ਜ਼ਿਆਦਾ ਹੋ ਰਿਹਾ ਹੈ। ਗਵਰਨਰ ਨੇ ਉੱਥੇ ਜਾ ਕੇ ਕਿਹੜੀ ਐਂਟੀ ਗਵਰਨਮੈਂਟ ਗੱਲ ਕੀਤੀ ਹੈ? ਕੋਈ ਐਂਟੀ ਗਵਰਨਮੈਂਟ ਗੱਲ ਨਹੀਂ ਕੀਤੀ, ਕੋਈ ਗਵਰਨਮੈਂਟ ਦਾ ਫੈਸਲਾ ਰਿਵਰਸ ਨਹੀਂ ਕੀਤਾ, ਸਿਰਫ ਔਰ ਸਿਰਫ ਬਾਰਡਰ ਸਟੱਡੀ ਕਰਨ ਵਾਸਤੇ ਉਹ ਜਾ ਰਹੇ ਨੇ। ਦੂਜੀ ਗੱਲ ਇਹ ਵੀ ਧਿਆਨ 'ਚ ਰੱਖੋ, ਪੰਜਾਬ ਇੱਕ ਬਾਰਡਰ ਸਟੇਟ ਹੈ। ਬਾਰਡਰ ਸਟੇਟ ਹੋਣ ਦੇ ਨਾਤੇ ਬਹੁਤ ਸਾਰੀਆਂ ਇਨਫੋਰਮੇਸ਼ਨਸ ਕੌਨਫੀਡੈਂਸ਼ੀਅਲ ਸੀਕ੍ਰੇਟ ਸਰਕਾਰ ਕੋਲ, ਗਵਰਨਰ ਕੋਲ ਆਉਂਦੀਆਂ ਰਹਿੰਦੀਆਂ ਨੇ, ਜਿਹੜੀ ਸੈਂਟਰਲ ਗਵਰਨਮੈਂਟ ਨੂੰ ਭੇਜੀਆਂ ਹੁੰਦੀਆਂ। ਇਸ ਕਰਕੇ ਸਿਰਫ ਇਸ ਕਰਕੇ ਕਿ ਗਵਰਨਰ ਸਾਹਿਬ ਬਾਰਡਰ ਸਟੇਟ ਤੇ ਬਾਰਡਰ 'ਚ ਜਾ ਰਹੇ ਨੇ, ਅਫਸਰਾਂ ਨੂੰ ਮਿਲ ਰਹੇ ਨੇ, ਅਫਸਰਾਂ ਦੇ ਨਾਲ ਕਮਿਊਨੀਕੇਸ਼ਨ ਕਰ ਰਹੇ ਨੇ, ਕਿਸੇ ਕਿਸਮ ਦੀ ਉਲੰਘਣਾ ਨਹੀਂ ਹੈ। ਮੈਂ ਸਮਝਦਾ ਕਿ ਹਰ ਗਵਰਨਰ ਦਾ ਫਰਜ਼ ਹੈ। ਬਾਕੀ ਸਾਰੇ ਰਾਜਾਂ 'ਚ ਵੀ ਗਵਰਨਰ ਲਗਾਤਾਰ ਆਪਣੇ ਏਰੀਆ 'ਚ ਘੁੰਮਦੇ ਨੇ, ਫੰਕਸ਼ਨ 'ਚ ਜਾਂਦੇ ਨੇ, ਲੋਕਾਂ ਦੀ ਗੱਲ ਸੁਣਦੇ ਨੇ ਔਰ ਕਾਨੂੰਨ ਦੇ ਅਨੁਸਾਰ ਉਹ ਕੰਮ ਕਰਦੇ ਨੇ। ਪੰਜਾਬ ਸਰਕਾਰ, ਜਿਹੜੇ ਪੰਜਾਬ ਦੇ ਗਵਰਨਰ ਨੇ, ਇਹਨਾਂ ਦਾ ਕੰਡਕਟ ਬਿਲਕੁਲ ਕਨਸਟੀਟਿਊਸ਼ਨਲ ਲਿਮਿਟ ਦੇ ਅੰਦਰ ਹੈ। ਇੱਥੇ ਜਾਂਦੇ ਜਾਂਦੇ ਇੱਕ ਮੈਂ ਸਵਾਲ ਥੋੜਾ ਬੀਜੇਪੀ ਤੇ ਵੀ ਲੈ ਲਾਂਗਾ, ਕਿਉਂਕਿ ਤੁਸੀਂ ਖੁਦ ਇੱਕ ਰਾਜਨੀਤਿਕ ਸ਼ਖਸੀਅਤ ਰਹੇ ਹੋ, ਮੈਂਬਰ ਪਾਰਲੀਮੈਂਟ ਰਹੇ ਹੋ। ਲੇਕਿਨ ਜੋ ਮਹਾਰਾਸ਼ਟਰ ਦੇ ਵਿੱਚ ਹੋਇਆ ਜਾਂ ਜੋ ਮੱਧ ਪ੍ਰਦੇਸ਼ ਦੇ ਵਿੱਚ ਕੁਝ ਸਾਲ ਪਹਿਲਾਂ ਹੋਇਆ, ਕੁਝ ਹਫ਼ਤੇ ਪਹਿਲਾਂ ਜੋ ਗੋਆ ਦੇ ਵਿੱਚ ਹੋਇਆ, ਬੀਜੇਪੀ ਐਜ਼ ਅ ਪਾਰਟੀ ਦਾ ਇੱਕ ਟਰੈਕ ਰਿਕਾਰਡ ਰਿਹਾ। ਮੈਂ ਆਪਣੀ ਪਹਿਲੀ ਰਿਪੋਰਟਸ ਵਿੱਚ ਜ਼ਿਕਰ ਕੀਤਾ ਕਿ ਬੀਜੇਪੀ ਨੇ ਤੋੜ-ਫੋੜ ਦੀ ਜਿਹੜੀ ਰਾਜਨੀਤੀ ਹੈ ਜਾਂ ਖਾਸ ਕਰਕੇ ਕਾਂਗਰਸ ਸ਼ਾਸਿਤ ਸਟੇਟਾਂ ਦੇ ਚੱਲਦੀਆਂ ਹੋਈਆਂ ਸਰਕਾਰਾਂ ਘੇਰਤੀਆਂ। ਇਹ ਦੈਟ ਵਾਸ ਵੈਰੀ ਅਨਫੋਰਚੂਨੇਟ ਪਾਰਟ। ਸੋ ਜਿਹੜੀ ਪਾਰਟੀ ਇਸ ਚੀਜ਼ 'ਚ ਇੰਡਲਜ ਕਰਦੀ ਰਹੀ ਹੈ, ਉਸੇ ਦੇ ਉੱਤੇ ਆਪਰੇਸ਼ਨ ਲੋਟਸ ਦੇ ਹੁਣ ਇਲਜ਼ਾਮ ਪੰਜਾਬ ਦੇ ਵਿੱਚ ਲੱਗ ਰਹੇ ਨੇ। ਬੇਸ਼ੱਕ ਭਗਵੰਤ ਮਾਨ ਸਰਕਾਰ ਮੇ ਬੀ ਔਨ ਐਨ ਓਵਰਡਰਾਈਵ, ਲੇਕਿਨ ਇਸ ਚੀਜ਼ ਨੂੰ ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ
ਕਿ ਇਹ ਸਰਕਾਰ ਸਵਾਲ ਹੀ ਨਾ ਚੁੱਕੇ, ਜਦੋਂ ਕਿ ਤੁਹਾਡੀ ਪਾਰਟੀ ਦਾ ਆਪਣਾ ਟਰੈਕ ਰਿਕਾਰਡ ਕੋਈ ਚੰਗਾ ਨਹੀਂ ਹੈ। ਦੇਸ਼ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ, ਚੱਲਦੀਆਂ ਸਰਕਾਰਾਂ ਤੁਸੀਂ ਘੇਰੀਆਂ ਨੇ, ਵਿਦਿਨ ਫਿਊ ਮੰਥਸ ਘੇਰੀਆਂ ਨੇ। ਜੋ ਸਰਕਾਰ ਬੰਦੀ ਹੈ ਉਹ ਸਰਕਾਰ ਉਹਨਾਂ ਐਮਐਲਏ ਦੇ ਸਹਾਰੇ ਬੰਦੀ ਹੈ ਜਿਨ੍ਹਾਂ ਨੂੰ ਉਹ ਰੂਲਿੰਗ ਪਾਰਟੀ ਜਿਹੜੀ ਪਾਵਰ ਚਾਹੀਏ ਹੈ, ਜਿਨ੍ਹਾਂ ਨੇ ਟਿਕਟਾਂ ਦੇ ਕੇ ਲੋਕਾਂ ਨੂੰ ਜਿਤਾਇਆ। ਅਗਰ ਤੁਸੀਂ ਆਪਣੇ ਵਿਧਾਇਕਾਂ ਨੂੰ ਆਪਣੇ ਸਾਥ ਨਹੀਂ ਰੱਖ ਸਕਦੇ, ਅਗਰ ਤੁਸੀਂ ਉਹਨਾਂ ਦਾ ਕੌਨਫੀਡੈਂਸ ਇੰਜੋਏ ਨਹੀਂ ਕਰ ਸਕਦੇ ਔਰ ਉਹ ਛੱਡ ਕੇ ਕੋਈ ਹੋਰ ਪਾਸੇ ਜਾ ਰਹੇ ਨੇ, ਕੋਈ ਇਹ ਪਹਿਲੀ ਵਾਰ ਹਿੰਦੁਸਤਾਨ 'ਚ ਨਹੀਂ ਹੋਇਆ, ਲਗਾਤਾਰ ਹੁੰਦਾ ਆਇਆ, ਸਰਕਾਰਾਂ ਦੇ ਵਿੱਚੋਂ ਲੋਕ ਸਪੋਰਟ ਵਾਪਸ ਕਰਨ ਆਏ, ਤੇ ਦੋਸ਼ ਤੇ ਤੁਹਾਡੇ ਤੇ ਹੈ ਨਾ। ਤੁਸੀਂ ਆਪਣੇ ਐਮਐਲਏ ਇਕੱਠੇ ਨਹੀਂ ਰੱਖ ਰਹੇ, ਤੁਸੀਂ ਆਪਣੀ ਪਾਰਟੀ ਇਕੱਠੀ ਨਹੀਂ ਰੱਖ ਪਾ ਰਹੇ, ਤੁਸੀਂ ਭਾਰਤ ਜੋੜੋ ਦੀ ਗੱਲ ਕਰ ਰਹੇ ਹੋ ਲੇਕਿਨ ਆਪਣੀ ਪਾਰਟੀ ਤੋੜ ਵੱਲ ਜਾ ਰਹੀ ਹੈ। ਉਸ ਹਾਲਤ ਵਿੱਚ ਦੂਜਿਆਂ ਨੂੰ ਦੋਸ਼ ਕਿਉਂ ਦੇ ਰਹੇ ਹੋ? ਆਪਣੇ ਘਰ ਨੂੰ ਸੰਭਾਲ ਕੇ ਰੱਖੋ। ਅਗਰ ਤੁਹਾਡੇ ਆਪਣੇ ਐਮਐਲਏ ਜਿਨ੍ਹਾਂ ਨੂੰ ਤੁਸੀਂ ਟਿਕਟ ਦੇ ਕੇ ਜਿਤਾ ਕੇ ਲਿਆਏ ਹੋ, ਬੀਜੇਪੀ ਨੇ ਟਿਕਟ ਨਹੀਂ ਦਿੱਤਾ ਸੀ, ਬੀਜੇਪੀ ਨੇ ਉਹਨਾਂ ਨੂੰ ਖੜਾ ਨਹੀਂ ਕੀਤਾ ਸੀ, ਅਗਰ ਉਹੀ ਤੁਹਾਡੇ ਨਾਲ ਨਹੀਂ ਰਹਿ ਰਹੇ, ਅਗਰ ਮਾਜ਼ਰਾਓ ਸਿੰਧੀਆ ਜੈਸੇ ਸੱਜਣ ਮਹਿਸੂਸ ਕਰ ਰਹੇ ਨੇ ਕਿ ਪਾਰਟੀ 'ਚ ਉਹਨਾਂ ਨਾਲ ਠੀਕ ਵਿਵਹਾਰ ਨਹੀਂ ਹੋ ਰਿਹਾ, ਕੈਪਟਨਸ ਵਰਗੇ ਬੰਦੇ ਪਾਰਟੀ ਛੱਡ ਰਹੇ ਨੇ, ਗੋਆ ਦੀ 11 ਚੋਂ 8 ਐਮਐਲਏ ਪਾਰਟੀ ਛੱਡ ਰਹੇ ਨੇ, ਮਹਾਰਾਸ਼ਟਰ ਦੇ ਲੋਕ ਪਾਰਟੀ ਛੱਡ ਰਹੇ ਨੇ, ਤੇ ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਦੇਖਣਾ ਚਾਹੀਦਾ ਹੈ ਕਿ ਸਾਡੀਆਂ ਕੀ ਕਾਰਨ, ਸਾਡੀਆਂ ਨੀਤੀਆਂ ਨੇ ਜਿਸ ਕਾਰਨ ਸਾਡੇ ਲੋਕ, ਆਪਣੇ ਲੋਕ ਸਾਨੂੰ ਛੱਡ ਕੇ ਦੂਜੇ ਪਾਸੇ ਜਾ ਰਹੇ ਨੇ। ਦੂਜਿਆਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਆਪਣੇ ਘਰ ਵੱਲ ਨਿਗਾਹ ਮਾਰਨੀ ਚਾਹੀਦੀ ਹੈ। ਲੇਕਿਨ ਪੰਜਾਬ ਇੱਕ ਬਾਰਡਰ ਸਟੇਟ ਹੈ, ਬਾਰਡਰ ਸਟੇਟ ਦੇ ਵਿੱਚ ਇਨਸਟੇਬਿਲਿਟੀ ਜਾਂ ਅਨਸਟੇਬਿਲਿਟੀ ਨਹੀਂ ਹੋਣੀ ਚਾਹੀਦੀ। ਸੋ ਜੇ ਸਰਕਾਰ ਦੇ ਮਨ ਦੇ ਵਿੱਚ ਕੋਈ ਡਾਊਟ ਸੀ, ਖਦਸ਼ਾ ਸੀ, ਚਾਹੇ ਉਹ ਉਹਨਾਂ ਦੇ ਰਾਜਨੀਤਿਕ ਸਿਆਸੀ ਕਾਰਨਾਂ ਕਰਕੇ ਹੋਵੇ, ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾ ਸਕਦਾ ਸੀਗਾ, ਜਾਂ ਇਹਦਾ ਹੋਰ ਕੋਈ ਤਰੀਕਾ ਸੀ। ਤਾਂ ਤੁਹਾਡੇ ਹਿਸਾਬ ਨਾਲ ਜੇ ਫਲੋਰ ਆਫ ਦਾ ਹਾਊਸ ਦੇ ਉੱਤੇ ਆਪਣਾ ਸ਼ਕਤੀ ਪ੍ਰਦਰਸ਼ਨ ਰੂਲਿੰਗ ਪਾਰਟੀ ਨਹੀਂ ਕਰ ਸਕਦੀ, ਫਿਰ ਉਹ ਕਿੱਥੇ ਆਪਣਾ ਕੌਨਫੀਡੈਂਸ ਦਿਖਾਵੇ? ਗਵਰਨਰ ਕੋਲ ਆਪਣੇ ਐਮਐਲਏਸ ਦੀ ਪਰੇਡ ਕਰਾਂਦੀ, ਵਾਟ ਵਾਸ ਦਾ ਵਾਈ ਮੀਡੀਆ? ਨਹੀਂ, ਮੈਨੂੰ ਸਮਝ ਨਹੀਂ ਆ ਰਹੀ ਕਿ ਸ਼ਕਤੀ ਪ੍ਰਦਰਸ਼ਨ ਦੀ ਕੀ ਲੋੜ, ਕਿਹਨੇ ਕਿਹਾ ਤੁਹਾਨੂੰ ਕਿ ਸ਼ਕਤੀ ਪ੍ਰਦਰਸ਼ਨ ਕਰੋ? ਕੌਣ ਕਹਿ ਰਿਹਾ ਕਿ ਤੁਹਾਡੀ ਮੈਜੋਰਟੀ ਨਹੀਂ ਹੈਗੀ? ਕੋਈ ਸ਼ੱਕ ਕਰ ਰਿਹਾ? ਕੋਈ ਕਹਿ ਰਿਹਾ ਹੈ? ਨਾ ਆਮ ਆਦਮੀ ਪਾਰਟੀ ਕਹਿ ਰਹੀ ਹੈ, ਨਾ ਕਾਂਗਰਸ ਕਹਿ ਰਹੀ ਹੈ, ਨਾ ਬੀਜੇਪੀ ਕਹਿ ਰਹੀ ਹੈ, ਨਾ ਅਕਾਲੀ ਦਲ ਕਹਿ ਰਿਹਾ। ਜਦੋਂ ਕੋਈ ਸ਼ੱਕ ਹੀ ਨਹੀਂ ਕਰ ਰਿਹਾ, ਤੁਸੀਂ ਖਾਮਖਾ ਦੇ ਵਿੱਚ ਮੈਂ ਕੌਣ, ਮੈਂ ਖਾਮਖਾ, ਕੋਈ ਤੁਹਾਡੇ ਤੇ ਸ਼ੱਕ ਹੀ ਕਿਸੇ ਨੇ ਨਹੀਂ ਕੀਤਾ, ਤੁਹਾਡੀ ਮੈਜੋਰਟੀ ਹੈ, ਮੰਨ ਰਹੇ ਨੇ ਸਾਰੇ ਕਿ ਤੁਹਾਡੀ ਮੈਜੋਰਟੀ ਹੈ, 117 ਚੋਂ 90 ਨੇ। ਜੇ ਤੁਹਾਨੂੰ ਹੀ ਆਪਣੇ ਬੰਦਿਆਂ ਤੇ ਕੋਈ ਸ਼ੱਕ ਹੈਗਾ, ਤੁਹਾਨੂੰ ਡਰ ਹੈ ਵੀ ਤੁਹਾਡੇ ਆਪਣੇ ਬੰਦੇ ਨਾ ਛੱਡ ਜਾਣ, ਤੇ ਉਸਦੇ ਤਰੀਕੇ ਤੁਹਾਡੇ ਪੋਲੀਟੀਕਲ ਨੇ, ਤੁਸੀਂ ਆਪਣੇ ਘਰ 'ਚ ਬੈਠ ਕੇ ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰੋ। ਸਰਕਾਰ ਦੇ ਪੈਸੇ ਤੇ, ਪਬਲਿਕ ਦੇ ਪੈਸੇ ਤੇ, ਲੋਕਾਂ ਦੇ ਪੈਸੇ ਤੇ ਲੱਖਾਂ ਕਰੋੜਾਂ ਖਰਚ ਕਰਕੇ ਆਪਣੇ ਸਿਆਸੀ ਹਿੱਤ ਕਿਉਂ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ? ਤੁਸੀਂ ਕਹਿ ਰਹੇ ਹੋ ਸ਼ਕਤੀ ਪ੍ਰਦਰਸ਼ਨ, ਕਿਹਨੇ ਕਿਹਾ ਤੁਹਾਨੂੰ ਸ਼ਕਤੀ ਪ੍ਰਦਰਸ਼ਨ ਕਰੋ? ਕਿਹਨੇ ਕਿਹਾ ਕਿ ਤੁਹਾਡੇ ਕੋਲ ਸ਼ਕਤੀ ਨਹੀਂ ਹੈਗੀ? ਕੌਣ ਕਹਿ ਰਿਹਾ ਕਿ ਤੁਹਾਡੀ ਮੈਜੋਰਟੀ ਖਤਮ ਹੋ ਗਈ ਹੈ? ਤੁਹਾਨੂੰ ਆਪਣੇ ਆਪ ਹੀ ਸ਼ੱਕ ਹੋ ਰਿਹਾ ਆਪਣੇ ਬੰਦਿਆਂ ਤੇ, ਔਰ ਉਸਦੇ ਵਾਸਤੇ ਤੁਸੀਂ ਸੰਵਿਧਾਨ ਦਾ ਦੁਰਉਪਯੋਗ ਕਰਨਾ ਚਾਹ ਰਹੇ ਹੋ, ਜਿਹੜੀ ਸਪੀਕਰ ਸਾਹਿਬ, ਗਵਰਨਰ ਸਾਹਿਬ ਨਹੀਂ ਅਲਾਉ ਕਰ ਰਹੇ। ਜੀ ਸਤਿਪਾਲ ਜੈਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਉਹਨਾਂ ਕੀਮਤੀ ਸਮਾਂ ਦਿੱਤਾ। ਥੈਂਕ ਯੂ ਸੋ ਮਚ। ਇਹਨਾਂ ਦੀ ਕਾਨੂੰਨੀ ਰਾਏ ਤੋਂ ਬਾਅਦ ਹੀ ਇਹ ਜਿਹੜਾ ਫੈਸਲਾ ਹੈ ਪੰਜਾਬ ਦੇ ਰਾਜਪਾਲ ਨੇ ਲਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੇ ਹੋਰ ਵੱਡਾ ਸਿਆਸੀ ਵਿਵਾਦ ਪੰਜਾਬ ਦੇ ਵਿੱਚ ਖੜਾ ਕਰਨਾ ਹੈ। ਆਲਰੇਡੀ ਖੜਾ ਸੀ, ਲੇਕਿਨ ਉਸ ਵਿਵਾਦ ਦੇ ਵਿੱਚ, ਉਸ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਹੁਣ ਪੰਜਾਬ ਦੇ ਰਾਜਪਾਲ ਦਾ ਇਹ ਫੈਸਲਾ ਤੇ ਉਸ ਤੋਂ ਬਾਅਦ ਜੋ ਤੇਵਰ ਇਸ ਵਕਤ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਨਜ਼ਰ ਆ ਰਹੇ ਨੇ ਉਹ ਕਰਨਗੇ। ਬਹੁਤ ਬਹੁਤ ਧੰਨਵਾਦ ਇਸ ਪ੍ਰਸਾਰਣ ਨੂੰ ਵੇਖਣ ਲਈ। ਥੈਂਕ ਯੂ ਸੋ ਮਚ। ਰਿਤੇਸ਼ ਲੱਖੀਆ ਅਨਪਲੱਗਡ ਉੱਤੇ ਇੰਨਾ ਹੀ। ਕੱਲ ਇੱਕ ਹੋਰ ਰਿਪੋਰਟ ਲੈ ਕੇ ਫਿਰ ਹਾਜ਼ਰ।